ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਪਜੀ ਸਾਹਿਬ ਦੀ 12ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਸੁਣਿਏ ਦੀਆਂ 4 ਪੌੜੀਆਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੰਨੇ ਦੀਆਂ 4 ਪੌੜੀਆਂ ਉਚਾਰੀਆਂ ਅਤੇ ਇਹ ਪਹਿਲੀ ਪੌੜੀ ਹੈ ਅਤੇ ਇਹਦੀ ਸ਼ੁਰੂਆਤ ਹੁੰਦੀ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਸੁਣਨਾ ਉਹੀ ਸਫਲ ਹੈ ਜੋ ਮੰਨ ਲਿਆ ਜਾਏ, ਔਰ ਜੇ ਮੰਨਿਆ ਹੀ ਨਹੀਂ ਤੇ ਸੁਣਨਾ ਸਾਰਾ ਦਾ ਸਾਰਾ ਹਵਾ ਵਿੱਚ ਉੱਡ ਗਿਆ, ਸਮਝੋ ਉਸ ਨੇ ਅੰਦਰ ਪ੍ਰਵੇਸ਼ ਨਹੀਂ ਕੀਤਾ। ਇਸ ਵਾਸਤੇ ਸਤਿਗੁਰ ਕਹਿੰਦੇ ਨੇ, ਜਿੰਨੀ ਸੁਣ ਕੇ ਮੰਨਿਆ ਹੁਣ ਤਿੰਨ ਬਲਿਹਾਰੇ ਜਾਓ। ਸਦਕੇ ਜਾਂਦੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਸੁਣ ਕੇ ਗੱਲ ਮੰਨ ਲਈ ਹੈ। ਗਾਵਿਆ ਸੁਣਿਆ ਤਿਨਕਾ ਥਾਏ ਪਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਵਣਾ ਤੇ ਸੁਣਨਾ ਉਸੇ ਦਾ ਪ੍ਰਵਾਨ ਹੈ, ਕਬੂਲ ਹੈ, ਜਿਸਨੇ ਸੁਣ ਕੇ ਗੱਲ ਮੰਨ ਲਈ, ਧਾਰਨ ਕਰ ਲਈ ਹੈ, ਵਰਨਾ ਸੁਣਨਾ ਬੇਮੈਨੀ ਹੋ ਜਾਏਗਾ। ਸਾਹਿਬ ਨੇ ਮੰਨੀਏ ਦੀਆਂ 4 ਲਗਾਤਾਰ ਪੌੜੀਆਂ ਉਚਾਰਨ ਕੀਤੀਆਂ ਨੇ ਔਰ ਪ੍ਰਥਮ ਪੰਕਤੀ ਵਿੱਚ ਫਰਮਾਨ ਕਰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਪਹਿਲੇ ਮੰਨੇ ਦੀ ਜਿਹੜੀ ਪੌੜੀ ਹੈ, ਉੱਥੇ ਮੰਨੇ ਦੇ ਵਿੱਚ ਜੋ ਨੰਨਾ ਅਕਸ਼ਰ ਹੈ, ਨੰਨੇ ਦੇ ਉੱਤੇ ਇੱਕ ਲਾਂ ਹੈ ਅਤੇ ਬਾਕੀ ਦੀਆਂ ਜਿਹੜੀਆਂ 3 ਪੌੜੀਆਂ ਨੇ ਉਹਨਾਂ ਦੇ ਉੱਤੇ 2 ਲਾਵਾਂ ਨੇ। ਪ੍ਰਥਮ ਪੌੜੀ ਵਿੱਚ ਇੱਕ ਲਾਂ ਲਾਉਣ ਦਾ ਮਤਲਬ ਹੈ, ਉਹਦਾ ਭਾਵ ਇਹ ਹੈ ਕਿ ਜਿਸ ਨੇ ਮੰਨ ਲਿਆ ਹੈ, ਜੋ ਕਬੂਲ ਕਰ ਲੈਂਦਾ ਹੈ, ਜਿਸ ਨੇ ਪ੍ਰਵਾਨ ਕਰ ਲਿਆ ਹੈ। ਅਤੇ ਬਾਕੀ ਦੀ 3 ਪੌੜੀਆਂ ਜੋ ਕਿ ਮੰਨ ਲਵੇ, ਉਹਨਾਂ ਦੀ ਕੀ ਹਾਲਤ ਬਣੇਗੀ। ਸੋ ਪ੍ਰਥਮ ਪੰਕਤੀ ਵਿੱਚ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਨੇ ਪਰਮਾਤਮਾ ਦਾ ਨਾਮ ਮੰਨ ਲਿਆ ਹੈ, ਉਹਦੀ ਗਤੀ ਬਿਆਨ ਕੀਤੀ ਨਹੀਂ ਜਾ ਸਕਦੀ, ਉਹਦੀ ਮਹਿਮਾ ਵਰਣਨ ਤੋਂ ਪਰੇ ਹੈ। ਇਤਨੀ ਕਿਆ ਉਚਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਕਹਿ ਦੇਣ ਦੀ ਇਹ ਲੋੜ ਪੈ ਗਈ ਕਿ ਅਸੀਂ ਕਹਿ ਹੀ ਨਹੀਂ ਸਕਦੇ ਉਸ ਬੰਦੇ ਦੀ ਮਹਿਮਾ, ਜਿਸ ਬੰਦੇ ਨੇ ਪਰਮਾਤਮਾ ਦਾ ਨਾਮ ਲੈ ਲਿਆ ਹੈ ਜਾਂ ਸੁਣ ਲਿਆ ਹੈ ਜਾਂ ਮੰਨ ਲਿਆ ਹੈ। ਦਰਅਸਲ ਗੱਲ ਇਹ ਹੈ, ਜਿਸ ਦਾ ਕੋਈ ਚੱਕਰ ਚਿਹਨ ਨਹੀਂ, ਜਿਸ ਦਾ ਕੋਈ ਵਰਨ ਜਾਤ ਨਹੀਂ, ਜਿਸ ਦਾ ਕੋਈ ਰੰਗ ਰੂਪ ਨਹੀਂ, ਜਿਸ ਪਰਮਾਤਮਾ ਦੀ ਹੋਂਦ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਹੈ, ਉਹਨੂੰ ਮੰਨ ਲੈਣਾ ਬੜੀ ਹਿੰਮਤ ਦੀ ਗੱਲ ਹੈ, ਉਹਨੂੰ ਮੰਨ ਲੈਣਾ ਬੜੀ ਜੁਰਅਤ ਦੀ ਗੱਲ ਹੈ, ਔਰ ਉਹਨੂੰ ਮੰਨ ਲੈਣ ਵਾਸਤੇ ਬਹੁਤ ਗਹਿਰੀ ਅਤੇ ਪ੍ਰਬਲ ਭਾਵਨਾ ਚਾਹੀਦੀ ਹੈ, ਬਹੁਤ ਪ੍ਰਗੜ ਸ਼ਰਧਾ ਦੀ ਲੋੜ ਹੈ। ਸੰਸਾਰ ਵਿੱਚ ਅਸੀਂ ਵਸਤੂ ਪਹਿਲੇ ਦੇਖਦੇ ਹਾਂ, ਫਿਰ ਉਸ ਦੀ ਮੰਗ ਕਰਦੇ ਹਾਂ। ਧਾਰਮਿਕ ਦੁਨੀਆ ਹੋਰ ਨੁਕਤੇ 'ਤੇ ਖੜੀ ਹੈ, ਪਰਮਾਤਮਾ ਦਾ ਨਾਮ ਪਹਿਲੇ ਸੁਣਨਾ ਪੈਂਦਾ ਹੈ ਅਤੇ ਫਿਰ ਮੰਨਣਾ ਪੈਂਦਾ ਹੈ, ਅਤੇ ਫਿਰ ਕਿਧਰੇ ਉਹ ਜਾ ਕੇ ਦਿਖਾਈ ਦਿੰਦਾ ਹੈ, ਝਲਕ ਆ ਕੇ ਸਾਨੂੰ ਮਿਲਦੀ ਹੈ। ਇਹ ਗੱਲ ਇਸ ਜਗਤ ਤੋਂ, ਸੰਸਾਰ ਦੀ ਮਰਿਆਦਾ ਤੋਂ ਬਿਲਕੁਲ ਉਲਟ ਹੈ। ਸੰਸਾਰ ਦੇ ਵਿੱਚ ਸਾਨੂੰ ਅਗਰ ਕੁਝ ਦਿਖਾਈ ਨਾ ਦੇਵੇ ਤਾਂ ਸਾਰੀਆਂ ਖਵਾਹਿਸ਼ਾਂ ਮੰਗਾਂ ਆਪਣੇ ਆਪ ਮਰ ਜਾਣਗੀਆਂ। ਭਗਤ ਕਬੀਰ ਕਹਿੰਦੇ ਨੇ, ਬਿਨ ਦੇਖੇ ਉਪਜੇ ਨਹੀਂ ਆਸ਼ਾ, ਆਸ਼ਾ ਦਾ ਸੰਬੰਧ ਵੇਖਣ ਨਾਲ ਹੈ। ਵੇਖੀ ਵਸਤੂ, ਕੋਈ ਰੰਗ, ਕੋਈ ਪਦਾਰਥ, ਕੋਈ ਰੂਪ, ਕੋਈ ਚੀਜ਼ ਅਸੀਂ ਵੇਖੀ ਅਤੇ ਉਹਨੂੰ ਵੇਖ ਕੇ ਸਾਡੀ ਤਲਬ ਜਾਂ ਫਿਰ ਇੱਛਾ ਜਾਗ ਗਈ। ਇਹ ਇੱਛਾ ਜਾਗ ਗਈ ਕਿ ਉਹਨੂੰ ਪ੍ਰਾਪਤ ਕਰੀਏ, ਇਹ ਚਾਹਤ ਹੋ ਗਈ ਕਿ ਇਹ ਸਾਨੂੰ ਮਿਲ ਜਾਏ। ਪਰ ਉਹ ਪਰਿਪੂਰਨ ਪਰਮਾਤਮਾ, ਜਿਹਦਾ ਕੋਈ ਰੰਗ ਰੂਪ ਨਹੀਂ, ਚੱਕਰ ਚਿਹਨ ਨਹੀਂ, ਚੱਕਰ ਚਿੰਨ੍ਹ ਤੋਂ ਨਿਆਰਾ ਹੈ, ਅਤੇ ਉਸ ਦੀ ਅੰਦਰ ਇੱਛਾ ਪੈਦਾ ਹੋਏ ਅਤੇ ਉਸ ਚੱਕਰ ਚਿਹਨ ਤੋਂ ਨਿਆਰੇ ਨੂੰ ਕੋਈ ਮੰਨ ਲਵੇ, ਬੜੀ ਪ੍ਰਗਟ ਸ਼ਰਧਾ ਚਾਹੀਦੀ ਹੈ, ਬੜੀ ਮਹਾਨ ਸ਼ਰਧਾ ਚਾਹੀਦੀ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ, ਉਹਦੀ ਗਤ ਬਿਆਨ ਨਹੀਂ ਕੀਤੀ ਜਾ ਸਕਦੀ। ਜੋ ਅਵਸਥਾ ਉਸ ਨੂੰ ਪ੍ਰਾਪਤ ਹੋਈ ਹੈ, ਉਹਦੀ ਮਹਿਮਾ ਵਰਣਨ ਤੋਂ ਪਰੇ ਹੈ, ਜੋ ਕਿ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਜੇ ਕੋ ਕਹੇ ਪਿੱਛੇ ਪਛਤਾਏ। ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਅਗਰ ਕੋਈ ਮੰਨਣ ਵਾਲੇ ਦੀ ਮਹਿਮਾ ਬਿਆਨ ਕਰਨ ਲੱਗੇ, ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ, ਅਤੇ ਇਹ ਕਹਿ ਦੇਵੇ ਕਿ ਮੈਂ ਪੂਰਨ ਤੌਰ 'ਤੇ ਬਿਆਨ ਕਰ ਦਿੱਤੀ ਹੈ, ਅਤੇ ਬਿਆਨ ਕਰਨ ਤੋਂ ਬਾਅਦ ਉਸ ਨੂੰ
ਇਹ ਅਸਲੀਅਤ ਦਾ ਪਤਾ ਚੱਲੇਗਾ ਕਿ ਉਹਨੇ ਕੁਛ ਵੀ ਬਿਆਨ ਨਹੀਂ ਕੀਤਾ। ਉਹਨੂੰ ਪਛਤਾਵਾ ਹੋਵੇਗਾ, ਉਹਨੂੰ ਐ ਲੱਗੇਗਾ ਕਿ ਮੈਂ ਤੇ ਕੁਛ ਵੀ ਨਹੀਂ ਕਹਿ ਸਕਿਆ, ਇਹਦੇ ਬਾਰੇ ਬਿਆਨ ਨਹੀਂ ਕਰ ਸਕਿਆ। ਇਹ ਤੇ ਉਹ ਅਗੰਮੀ ਦੁਨੀਆ ਹੈ ਪਰਮਾਤਮਾ ਨੂੰ ਮੰਨ ਲੈਣ ਵਾਲੀ, ਜੋ ਜ਼ੁਬਾਨ ਨਾਲ ਕਥਨ ਕਰਨਾ ਬਹੁਤ ਅਤਿਅੰਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦਾ ਫਰਮਾਨ ਹੈ, ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੇ, ਕਹਾਂ ਮੈਂ ਬਖਾਨੂ ਕਹੇ ਮੂੰਹ ਨਾ ਆਵੇ। ਉਹ ਮੇਰੇ ਕਹਿਣ ਵਿੱਚ ਨਹੀਂ ਆਉਂਦਾ, ਉਹ ਮੇਰੀ ਵਰਣਨ ਵਿੱਚ ਨਹੀਂ ਆਉਂਦਾ। ਅਗਰ ਕੋਈ ਮੰਨ ਲੈਣ ਵਾਲੇ ਦੀ ਮਹਿਮਾ ਬਿਆਨ ਕਰਦੇ, ਸਤਿਗੁਰ ਕਹਿੰਦੇ ਨੇ ਉਹਨੂੰ ਪਛਤਾਣਾ ਪਵੇਗਾ, ਭਾਵ ਉਹਨੂੰ ਪਤਾ ਚੱਲੇਗਾ ਮੈਂ ਪੂਰਨ ਨਹੀਂ ਕਹਿ ਸਕਿਆ, ਮੈਂ ਅਧੂਰੀ ਗੱਲ ਬਿਆਨ ਕੀਤੀ ਹੈ। ਕਾਗਦ ਕਲਮ ਨਾ ਲਿਖਣ ਹਾਰ। ਫਿਰ ਗੁਰੂ ਨਾਨਕ ਦੇਵ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਮੂੰਹ ਨਾਲ ਬੋਲਣ ਵਾਲਿਆਂ ਤੋਂ ਬਾਅਦ ਕਲਮ ਦੇ ਧਨੀ ਲਿਖਾਰੀਆਂ ਦੀ ਆਪਣੀ ਮਹਿਮਾ ਹੈ। ਲੇਖਕ ਦਾ ਆਦਿ ਕਾਲ ਤੋਂ ਆਲਮਾਂ ਦੀ ਦੁਨੀਆ ਵਿੱਚ ਸਨਮਾਨ ਬਣਿਆ ਹੋਇਆ ਹੈ। ਆਖਰ ਲਿਖਾਰੀ ਸ਼ਬਦ ਨੂੰ ਜੋ ਤਰਤੀਬ ਦਿੰਦਾ ਹੈ ਔਰ ਸ਼ਬਦਾਂ ਦੇ ਵਿੱਚ ਆਪਣੀ ਲੇਖਣੀ ਵਿੱਚ ਫਿਲਸਫੇ ਨੂੰ, ਦਰਸ਼ਨ ਨੂੰ ਜਗਤ ਦੇ ਸਾਹਮਣੇ ਰੱਖਦਾ ਹੈ, ਉਹ ਬਹੁਤ ਹੀ ਬਾਕਮਾਲ ਗੱਲ ਹੈ। ਕੋਈ ਐਸਾ ਲਿਖਾਰੀ ਨਹੀਂ ਤੇ ਨਾ ਹੀ ਕੋਈ ਐਸੀ ਕਲਮ ਹੈ ਤੇ ਨਾ ਹੀ ਜਗਤ ਵਿੱਚ ਇਤਨਾ ਕਾਗਜ਼ ਹੈ ਕਿ ਮੰਨ ਲੈਣ ਵਾਲੇ ਦੀ ਮਹਿਮਾ ਬਿਆਨ ਕੀਤੀ ਜਾਵੇ। ਇੱਕ ਪਰਮਾਤਮਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਇੱਕ ਜਿਸਨੇ ਪਰਮਾਤਮਾ ਨੂੰ ਮੰਨ ਲਿਆ ਹੈ ਉਸ ਦੀ ਪੂਰਨ ਮਹਿਮਾ ਨਹੀਂ ਬਿਆਨ ਕੀਤੀ ਜਾ ਸਕਦੀ। ਭਗਤ ਕਬੀਰ ਵੀ ਤੇ ਕਹਿੰਦੇ ਨੇ, ਕਬੀਰ ਸਾਤ ਸਮੁੰਦੇ ਮਸ ਕਰੂੰ ਕਲਮ ਕਰੂੰ ਬਨ ਰਾਏ, ਸਮੂਹ ਸੱਤ ਸਾਗਰਾਂ ਦੀ ਮੈਂ ਸ਼ਾਹੀ ਬਣਾ ਲਵਾਂ, ਜਿਤਨੀ ਬਨਸਪਤੀ ਹੈ ਇਹਦੀ ਮੈਂ ਕਲਮ ਬਣਾ ਲਵਾਂ। ਤੇ ਅੱਗੇ ਕਹਿੰਦੇ ਨੇ, ਬਸਦਾ ਕਾਗਤ ਜੋ ਕਰੂੰ ਤੋ ਹਰ ਜਸ ਲਿਖਣ ਨਾ ਜਾਏ। ਸਮੁੱਚੀ ਧਰਤੀ ਨੂੰ ਮੈਂ ਕਾਗਜ਼ ਬਣਾ ਲਵਾਂ ਤਾਂ ਵੀ ਹਰੀ ਦੀ ਮਹਿਮਾ ਬਿਆਨ ਕਰਨੀ, ਲਿਖਣੀ ਬਹੁਤ ਔਖੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਤੇ ਅਮਰ ਵਾਕ ਹੈ, ਨੌ ਖੰਡ ਪ੍ਰਿਥਵੀ ਜਿਤਨੇ ਦੀਪ ਲੋ ਇਹ ਤੇ ਕਾਗਜ਼ ਬਣਾ ਲਈਏ, ਜਿਤਨੇ ਸੱਤ ਸਾਗਰ ਨੇ ਇਹਨਾਂ ਨੂੰ ਸ਼ਾਹੀ ਬਣਾ ਲਈਏ, ਸਮੁੱਚੀ ਵਨਸਪਤੀ ਨੂੰ ਕੱਟ ਕੇ ਉਹਦੀ ਕਲਮ ਬਣਾ ਦਈਏ। ਫਿਰ ਉਚਾਰਨ ਕਰਨ ਵਾਲਾ ਕੌਣ ਹੋਵੇ, ਲਿਖਾਰੀ ਕੌਣ ਹੋਵੇ? ਸਰਸਵਤੀ ਬਖਤਾ ਕਰਕੇ ਸਰਸਵਤੀ ਹੋਵੇ ਉਪਮਾ ਬਿਆਨ ਕਰਨ ਵਾਲੀ, ਈਸ਼ਵਰ ਦੀ ਮਹਿਮਾ ਬਿਆਨ ਕਰਨ ਵਾਲੀ ਸਰਸਵਤੀ ਹੋਵੇ, ਲਿਖਾਰੀ ਗਣੇਸ਼ ਹੋਵੇ। ਇਹ ਸਾਰੇ ਮਿਲ ਕੇ ਵੀ ਉਪਰਾਲੇ ਜੁਟਾਏ ਜਾਣ, ਸੱਤ ਸਮੁੰਦਰ ਦੀ ਸ਼ਾਹੀ ਕਰਕੇ, ਸਮੂਹ ਵਨਸਪਤੀ ਦੀ ਕਲਮ ਕਰਕੇ, ਸਮੁੱਚੀ ਧਰਤੀ ਨੂੰ ਕਾਗਜ਼ ਕਰਕੇ ਔਰ ਸਰਸਵਤੀ ਬਖਤਾ ਕਰਕੇ ਗਣੇਸ਼ ਨੂੰ ਲਿਖਾਰੀ ਬਣਾ ਕੇ, ਤਾਂ ਵੀ ਪ੍ਰਭੂ ਤੇਰੇ ਇੱਕ ਰੋਮ ਦੀ ਗੱਲ ਵੀ ਬਿਆਨ ਨਹੀਂ ਹੋ ਸਕਦੀ। ਇਤਨਾ ਤੂੰ ਮਹਾਨ ਹੈ, ਇਤਨਾ ਤੇਰਾ ਵਿਸਤਾਰ ਹੈ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਹੇ ਪ੍ਰਭੂ ਤੇਰਾ ਝੋਲਾ ਕਿਤਨਾ ਕੁ ਵੱਡਾ ਹੈ, ਇਹ ਕੋਈ ਵੀ ਨਹੀਂ ਜਾਣਦਾ। ਤੇ ਜਿਸ ਨੇ ਇਸ ਤਰ੍ਹਾਂ ਦੇ ਮਹਾਨ ਪ੍ਰਭੂ ਨੂੰ ਮੰਨ ਲਿਆ ਹੈ ਤੇ ਅੰਤਰ ਆਤਮਾ ਵਿੱਚ ਧਾਰਨ ਕਰ ਲਿਆ ਹੈ, ਉਹਦੀ ਮਹਿਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਸਤਿਗੁਰ ਤੇ ਕਹਿੰਦੇ ਨੇ, ਜਿਸ ਨੇ ਕਿਨਕਾ ਮਾਤਰ ਵੀ ਮੰਨ ਲਿਆ ਹੈ ਉਹਦੀ ਮਹਿਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਕਿਣਕਾ ਇੱਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਸਾਹਿਬ ਕਹਿੰਦੇ ਨੇ, ਕੋਈ ਐਸਾ ਲਿਖਾਰੀ ਨਹੀਂ ਤੇ ਨਾ ਹੀ ਕਿਸੇ ਦੀ ਕਲਮ ਵਿੱਚ ਇਤਨੀ ਹਿੰਮਤ, ਜੁਰਅਤ ਤੇ ਸਮਰਥਾ ਹੈ ਤੇ ਨਾ ਹੀ ਧਰਤੀ ਉੱਤੇ ਇਤਨਾ ਕਾਗਜ਼ ਹੈ ਕਿ ਮੰਨ ਲੈਣ ਵਾਲੇ ਦੀ ਮਹਿਮਾ ਕਲਮ ਕਰ ਦਿੱਤੀ ਜਾਵੇ, ਲਿਖ ਦਿੱਤੀ ਜਾਵੇ। ਤੇ ਅੱਗੇ ਸਤਿਗੁਰ ਕਹਿੰਦੇ ਨੇ, ਮੰਨੇ ਕਾ ਬਹਿ ਕਰਨ ਵਿਚਾਰ। ਲਿਖਾਰੀ ਬੈਠ ਕੇ ਆਪਸ ਵਿੱਚ ਵਿਚਾਰ ਕਰਨ ਤੇ ਮੰਨ ਲੈਣ ਵਾਲੇ ਦੀ ਮਹਿਮਾ ਲਿਖਣ ਤੇ ਨਹੀਂ ਲਿਖ ਸਕਣਗੇ। ਇਸ ਤਰ੍ਹਾਂ ਦੀ ਸਮਰਥਾ ਲਿਖਾਰੀ ਕੋਲ ਨਹੀਂ, ਉਹਦੇ ਵਿੱਚ ਤਾਕਤ ਨਹੀਂ ਤੇ ਜਗਤ ਵਿੱਚ ਇਤਨਾ ਕਾਗਜ਼ ਵੀ ਨਹੀਂ ਹੈ ਕਿ ਮਹਿਮਾ ਲਿਖੀ ਜਾ ਸਕੇ। ਅੱਗੇ ਸਤਿਗੁਰ ਕਹਿੰਦੇ ਨੇ, ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਐਸਾ ਕਾਲਕ ਤੋਂ ਰਹਿਤ ਹੈ। ਅੰਜਨ ਕਾਲਕ ਨੂੰ ਕਹਿੰਦੇ ਨੇ, ਨਿਰੰਜਨ ਕਾਲਕ ਤੋਂ ਰਹਿਤ, ਧੱਬਿਆਂ ਤੋਂ ਰਹਿਤ। ਪਰਮਾਤਮਾ ਨਿਰਲੇਪ ਹੈ, ਇਸ ਵਾਸਤੇ ਉਸਨੂੰ ਆਖਿਆ ਹੈ ਨਿਰੰਜਨ। ਹੈ ਤੇ ਉਹ ਚੋਰ ਦੇ ਵਿੱਚ ਵੀ, ਪਰ ਸਵਯੰ ਚੋਰ ਨਹੀਂ ਹੈ। ਬੈਠਾ ਤੇ ਉਹ ਬਦਮਾਸ਼ ਦੇ ਅੰਦਰ ਵੀ ਹੈ, ਪਰ ਉਹ ਆਪ ਬਦਮਾਸ਼ ਨਹੀਂ ਹੈ। ਬੈਠਾ ਤੇ ਉਹ ਆਪ ਬੇਈਮਾਨ ਦੇ ਅੰਦਰ ਵੀ ਹੈ, ਪਰ ਉਹ ਬੇਈਮਾਨ ਨਹੀਂ ਹੈ। ਨਿਰਲੇਪ ਹੈ।
ਪਰਮਾਤਮਾ ਤੇ ਬੈਠਾ ਡਾਕੂ ਦੇ ਅੰਦਰ ਵੀ ਹੈ, ਪਰ ਪ੍ਰਭੂ ਡਾਕੂ ਨਹੀਂ ਹੈ, ਉਹ ਨਿਰਲੇਪ ਹੈ। ਜੈਸੇ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਵੀ ਛੂ ਰਹੀਆਂ ਨੇ, ਫੁੱਲਾਂ ਨੂੰ ਵੀ ਛੂ ਰਹੀਆਂ ਨੇ, ਖੁਸ਼ਬੂਆਂ ਖਿਲਾਰੀਆਂ ਹੋਈਆਂ ਨੇ ਕਿਰਨਾਂ ਉੱਥੇ ਵੀ ਪਸਰੀਆਂ ਨੇ, ਪਰ ਜਿੱਥੇ ਗੰਦਗੀ ਦੇ ਢੇਰ ਨੇ ਕਿਰਨ ਉੱਥੇ ਵੀ ਪਸਰੀਆਂ ਨੇ ਸੂਰਜ ਦੀਆਂ ਕਿਰਨਾਂ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਫੁੱਲਾਂ ਨਾਲ ਸਪਰਸ਼ ਕਰਕੇ ਕਿਰਨਾਂ ਪਵਿੱਤਰ ਹੋ ਗਈਆਂ ਤੇ ਗੰਦਗੀ ਦੇ ਢੇਰ ਨੂੰ ਸਪਰਸ਼ ਕਰਕੇ ਸੂਰਜ ਦੀਆਂ ਕਿਰਨਾਂ ਮੈਲੀਆਂ ਹੋ ਗਈਆਂ। ਸੂਰਜ ਨਿਰਲੇਪ ਹੈ, ਇਹਦੀ ਕਿਰਨ ਨਿਰਲੇਪ ਹੈ, ਇਹਦੀਆਂ ਕਿਰਨਾਂ ਵੀ ਨਿਰਲੇਪ ਨੇ, ਤੇ ਸੂਰਜ ਦਾ ਮਹਾਸੂਰਜ ਪਰਿਪੂਰਨ ਪਰਮਾਤਮਾ ਉਹ ਨਿਰਲੇਪ ਹੈ, ਨਿਰੰਜਨ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ, ਵਿਆਪਕ ਹੁੰਦਾ ਹੋਇਆ ਔਰ ਨਿਰਲੇਪ ਕਿਸ ਤਰ੍ਹਾਂ ਹੈ। ਆਪ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਸਰਬ ਨਿਵਾਸੀ ਸਦਾ ਅਲੇਪਾ, ਸਾਰਿਆਂ ਵਿੱਚ ਨਿਵਾਸ ਕਰਦਾ ਹੈ ਪਰ ਨਿਰਲੇਪ ਹੈ। ਹੁਣ ਸਾਰਿਆਂ ਵਿੱਚ ਨਿਵਾਸ ਤੋਂ ਮੁਰਾਦ ਇਹ ਹੈ, ਹਸਤੀ ਕੀਟੀ ਤ੍ਰੈਲੋ ਆਦਮ ਏਕ ਅਖੰਡਤ ਬਸੇ ਅਨਾਦਮ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਪਰਮਾਤਮਾ ਇੱਕ ਐਸੀ ਅਖੰਡ ਜੋਤੀ ਹੈ ਜੋ ਕੀੜੀ ਦੇ ਵਿੱਚ, ਹਾਥੀ ਵਿੱਚ, ਜਰਰੇ ਵਿੱਚ, ਸੂਰਜ ਵਿੱਚ ਵਿਆਪਕ ਹੈ। ਪਸ਼ੂ ਪਕਸ਼ੀਆਂ, ਕੀੜਿਆਂ ਮਕੌੜਿਆਂ, ਮਨੁੱਖਾਂ ਵਿੱਚ, ਖੰਡਾਂ ਬ੍ਰਹਮੰਡਾਂ ਵਿੱਚ ਉਹ ਵਿਆਪਕ ਹੈ, ਨਿਵਾਸ ਰੱਖਦਾ ਹੈ। ਸਭ ਕੁਛ ਦੇ ਵਿੱਚ ਪਰਮਾਤਮਾ ਹੈ, ਪਰ ਨਿਰਲੇਪ ਕਿਸ ਤਰ੍ਹਾਂ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸਰਬ ਨਿਵਾਸੀ ਕਿਸ ਤਰ੍ਹਾਂ ਹੈ ਔਰ ਨਿਰਲੇਪ ਕਿਸ ਤਰ੍ਹਾਂ ਹੈ। ਪੁਹਪ ਮਦ ਜੋ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਛਾਈ। ਵਿਆਪਕ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਵਿੱਚ ਮਹਿਕ ਹੈ, ਫੁੱਲ ਦੇ ਵਿੱਚ ਮਹਿਕ ਹੈ, ਜੈਸੇ ਸਮੂਹ ਫੁੱਲ ਵਿੱਚ ਮਹਿਕ ਵਿਆਪਕ ਹੈ, ਸਮਾਈ ਹੋਈ ਹੈ, ਵੈਸੇ ਖੰਡ ਬ੍ਰਹਮੰਡ ਵਿੱਚ ਵੀ ਪ੍ਰਭੂ ਸਮਾਇਆ ਹੋਇਆ ਹੈ। ਤੇ ਨਿਰਲੇਪ ਕੈਸਾ ਹੈ। ਮੂਕਰ ਮਾਹੇ ਜੈਸੇ ਛਾਈ, ਜੈਸੇ ਸ਼ੀਸ਼ੇ ਦੇ ਵਿੱਚ ਅਕਸ਼ ਹੈ। ਮਨੁੱਖ ਵੇਖ ਰਿਹਾ ਹੈ ਆਪਣੇ ਆਪ ਨੂੰ ਸ਼ੀਸ਼ੇ ਵਿੱਚ, ਲੇਕਿਨ ਉਹ ਗੱਲ ਵੀ ਸਪਸ਼ਟ ਹੈ, ਮਨੁੱਖ ਸ਼ੀਸ਼ੇ ਵਿੱਚ ਨਹੀਂ ਹੈ। ਅਗਰ ਕੋਈ ਪਕੜਨ ਕਰੇ ਉਸ ਨੂੰ ਜੋ ਸ਼ੀਸ਼ੇ ਦੇ ਵਿੱਚ ਦਿਖਾਈ ਦੇ ਰਿਹਾ ਹੈ, ਤੇ ਹੱਥ ਕੁਛ ਵੀ ਨਹੀਂ ਆਏਗਾ। ਇਸੇ ਤਰੀਕੇ ਨਾਲ ਪਰਮਾਤਮਾ ਹੈ ਸਾਰਿਆਂ ਦੇ ਵਿੱਚ ਵਿਆਪਕ ਪਰ ਨਿਰਲੇਪ ਹੈ। ਮਹਿਕ ਦੀ ਤਰ੍ਹਾਂ ਵਿਆਪਕ ਹੈ ਔਰ ਮੂਕਰ ਮਾਏ ਜੈਸੇ ਛਾਈ ਦੀ ਤਰ੍ਹਾਂ ਨਿਰਲੇਪ ਹੈ। ਜੋ ਸਾਹਿਬ ਅੱਗੇ ਫਰਮਾਨ ਕਰਦੇ ਨੇ, ਜੇ ਕੋ ਮਨ ਜਾਣੇ ਮਨ ਕੋਏ। ਪਰ ਇਹ ਅਵਸਥਾ ਕੋਈ ਉਹੀ ਜਾਣ ਸਕਦਾ ਹੈ ਜਿਸਨੇ ਮੰਨ ਲਿਆ ਹੈ ਪ੍ਰਭੂ ਦਾ ਨਾਮ, ਕਿ ਉਹ ਨਿਰੰਜਨ ਹੈ, ਨਿਰਲੇਪ ਹੈ। ਇਤਨਾ ਕੋਈ ਕਾਗਜ਼ ਨਹੀਂ ਜਿਸ ਦੇ ਉੱਤੇ ਪ੍ਰਭੂ ਦੀ ਮਹਿਮਾ ਲਿਖੀ ਜਾ ਸਕੇ। ਕਿਸੇ ਕਲਮ ਵਿੱਚ ਕੋਈ ਸਮਰੱਥਾ ਨਹੀਂ, ਨਾ ਹੀ ਐਸਾ ਕੋਈ ਲਿਖਾਰੀ ਹੈ, ਤੇ ਨਾ ਹੀ ਮੰਨ ਲੈਣ ਵਾਲੇ ਦੀ ਕੋਈ ਮਹਿਮਾ ਬਿਆਨ ਕਰ ਸਕਦਾ ਹੈ। ਸਾਹਿਬ ਕਹਿੰਦੇ ਨੇ, ਇਸ ਸਾਰੀ ਗੱਲ ਦਾ ਬੋਧ ਉਸ ਵਕਤ ਹੋ ਸਕਦਾ ਹੈ ਜੇ ਕੋ ਮਨ ਜਾਣੇ ਮਨ ਕੋਈ, ਜਿਸ ਦੇ ਮਨ ਨੇ ਇਹ ਗੱਲ ਜਾਣ ਲਈ ਹੈ, ਜਿਸ ਦੇ ਮਨ ਨੇ ਪ੍ਰਭੂ ਨੂੰ ਮੰਨ ਲਿਆ ਹੈ, ਈਸ਼ਵਰ ਨੂੰ ਮੰਨ ਲਿਆ ਹੈ। ਇਸ ਵਾਸਤੇ ਉਸ ਤੋਂ ਬਿਨਾਂ ਇਸ ਮਹਿਮਾ ਨੂੰ, ਇਸ ਰਾਜ ਨੂੰ ਕੋਈ ਨਹੀਂ ਜਾਣ ਸਕਦਾ। ਤੇ ਇਹ ਸੀ ਜੀ 12ਵੀਂ ਪੌੜੀ ਦੀ ਵਿਆਖਿਆ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਤ ਕਲਮ ਨਾ ਲਿਖਨ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੇ ਮਨ ਕੋਈ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।